This is a Red FM podcast. ਹੁਣ ਪੇਸ਼ ਹੈ ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ। ਹਾਂਜੀ, ਕਹਾਣੀ ਘਰ ਜਾ ਆਪਣੇ, ਗੁਲਜ਼ਾਰ ਸਿੰਘ ਸੰਧੂ ਦੀ ਲਿਖੀ ਹੋਈ। ਜਜ਼ਬਾਤਾਂ ਦੇ ਨਾਲ ਲਬਰੇਜ਼ ਹੈ ਇਹ ਦ੍ਰਿਸ਼ ਜਿਹਾ ਬੰਨਿਆ ਸੰਧੂ ਸਾਹਿਬ ਨੇ। ਇਹ ਵੀ ਡੋਲੀ ਵਾਲਾ ਟਾਈਮ ਕਈਆਂ ਨੂੰ ਆਪਣਾ ਚੇਤੇ ਆ ਜਾਂਦਾ ਹੈ, ਇਹ ਜਾਣ ਕੇ, ਪੜ੍ਹ ਕੇ, ਸੁਣ ਕੇ। ਸੋ ਇਸ ਕਰਕੇ ਜਿੰਨਾ ਕੁ ਸਮਾਂ ਹੁਣ ਬਾਕੀ ਹੈ ਦੇ ਦੇਣਾ ਰੈਡ FM ਨੂੰ। ਘਰ ਜਾ ਆਪਣੇ, ਜੀਤੋ ਕੁੜੀ ਹੈ ਜਿਹਦਾ ਵਿਆਹ ਹੋਣ ਲੱਗਿਆ। ਫਿਰ ਜੀਤੋ ਦਾ ਭਰਾ ਜਿਹੜਾ ਜ਼ਿੱਦ 'ਤੇ ਅੜਿਆ ਬੈਠਾ ਹੈ ਕਿ ਮੈਂ ਗੱਡੀ ਨਾਲ ਨਹੀਂ ਜਾਣਾ, ਮੈਂ ਕਿਉਂ ਜਾਵਾਂ, ਅਤੇ ਬਾਕੀ ਸਾਰੇ ਮਨਾਉਣ ਦੀ ਕੋਸ਼ਿਸ਼ ਕਰਦੇ ਆ ਅਤੇ ਉਹ ਨਹੀਂ ਟਸ ਤੋਂ ਮਸ ਹੁੰਦਾ। ਸੋ ਸ਼ੁਰੂ ਕਰਦੇ ਹਾਂ ਕਹਾਣੀ ਘਰ ਜਾ ਆਪਣੇ। ਇਸ ਘਰ 'ਚ ਪਿਛਲੇ 40 ਵਰ੍ਹਿਆਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। 40 ਕੁ ਵਰ੍ਹੇ ਪਹਿਲਾਂ ਜੀਤੋ ਦੇ ਬਾਪੂ ਦਾ ਵਿਆਹ ਹੋਇਆ ਸੀ ਅਤੇ ਹੁਣ ਮਸਾਂ ਉਸ ਦੇ ਵੀਰ ਦੀ ਉਮਰ ਆਈ ਸੀ ਵਿਆਹ ਕਰਾਉਣ ਦੀ, ਪਰ ਉਹ ਮੰਨਦਾ ਹੀ ਨਹੀਂ ਸੀ। ਜੀਤੋ ਦੇ ਚਾਚੇ ਚਾਚੀਆਂ, ਮਾਮੇ ਮਾਮੀਆਂ, ਜੀਤੋ ਦੀਆਂ ਦੂਰੋਂ ਨੇੜਿਓਂ ਲੱਗਦੀਆਂ ਭਾਬੀਆਂ, ਆਪਣੀਆਂ ਸਹੇਲੀਆਂ ਜੀਤੋ ਦੇ ਵੀਰ ਨੂੰ ਲਾਮੇ ਦਿੰਦੀਆਂ ਰਹਿੰਦੀਆਂ, ਉਹ ਬਈ ਸਾਨੂੰ ਵੀ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਦੇ ਦੇ, ਵਿਆਹ ਕਰਵਾ ਲੈ। ਇੱਕੋ ਇੱਕ ਮੌਕਾ ਹੁੰਦਾ ਵਿਆਹ ਜਦੋਂ ਸਾਰੇ ਇਕੱਠੇ ਹੁੰਦੇ ਆ। ਪਰ ਜੀਤੋ ਦਾ ਵੀਰ ਸੀ ਕਿ ਮੰਨਣ 'ਚ ਹੀ ਨਹੀਂ ਸੀ ਆਉਂਦਾ। ਅਤੇ ਫਿਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਇੱਕ ਤਰੀਕਾ ਲੱਭ ਲਿਆ। ਕੀ ਕੀਤਾ ਕਿ ਜੀਤੋ ਦੇ ਵੀਰ ਦੀ ਥਾਂ ਜੀਤੋ ਦਾ ਹੀ ਵਿਆਹ ਰਚਾ ਲਿਆ। ਅੰਗਾ ਸਾਕਾਂ ਨੇ ਵੀ ਸੋਚਿਆ ਕਿ ਵੀ ਰਲ ਮਿਲ ਬੈਠਣ ਦਾ ਚੰਗਾ ਬਹਾਨਾ ਹੈ। ਵੱਡੀ ਗੱਲ ਇਹ ਕਿ ਹਾਂ ਹੁਣ ਕੁੜੀ ਦਾ ਵਿਆਹ ਹੋ ਜਾਣਾ, ਠੀਕ ਹੈ। ਇਹ ਵੀ ਵਿਚਾਰ ਕਿ ਸਿਰ ਦਾ ਭਾਰ ਹੌਲਾ ਹੋ ਜਾਊ। ਅਤੇ ਜੀਤੋ ਦੇ ਵੀਰ ਦਾ ਕੀ ਪਤਾ ਸੀ ਕਦੋਂ ਮੰਨਦਾ ਕਦੋਂ ਨਹੀਂ। ਕੁੜੀਆਂ ਨੂੰ ਤਾਂ ਫਿਰ ਆਪਣੇ ਘਰ ਜਾਣਾ ਹੀ ਆ, ਚਲੋ ਵਿਆਹ ਦਿੰਦੇ। ਇਹ ਸਲਾਹਾਂ ਹੋਈਆਂ, ਕਰਦਿਆਂ ਕਰਾਉਂਦਿਆਂ ਵਿਆਹ ਵੀ ਸਿਰ 'ਤੇ ਆ ਹੀ ਗਿਆ। ਸੋ ਤੁਹਾਨੂੰ ਪਤਾ ਹੀ ਹੈ ਵਿਆਹ 'ਚ ਕਸਮਾਨ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ। ਇੱਕ ਕੰਮ ਮੁੱਕਦਾ ਨਹੀਂ ਸੀ, ਦੂਜਾ ਉਸ ਲਈ ਤਿਆਰ ਹੋ ਜਾਂਦਾ ਸੀ। ਮਾਪੇ ਵੀ ਘਰ ਦੇ ਕੰਮਾਂ 'ਚ ਬਸ ਲੱਗੇ ਹੀ ਤੁਰੇ ਗਏ। ਬਾਹਰ ਦਾ ਸਾਰਾ ਕੰਮ ਜੀਤੋ ਦੇ ਵੀਰ ਨੇ ਹੀ ਕਰਨਾ ਸੀ। ਬਰਾਤ ਢੁੱਕਣ 'ਚ ਬਸ ਇੱਕ ਦਿਨ ਬਾਕੀ ਸੀ। ਭੱਜ ਦੌੜ ਜਿਉਂ ਲੱਗੀ ਬਰਾਤੀਆਂ ਦੇ ਵਾਸਤੇ ਪ੍ਰਬੰਧ ਕਰਨ ਨੂੰ, ਅਤੇ ਕਦੇ ਬਰਤਨਾਂ ਦੀ ਕਦੇ ਬਿਸਤਰਿਆਂ ਦੀ ਗੱਲ ਆਈ। ਫਿਰ ਸ਼ਾਮ ਹੋਈ ਤਾਂ ਨਾਨਕੀ ਸ਼ੱਕ ਵਾਲੇ ਆ ਗਏ, ਨਾਨਕੇ ਆ ਗਏ ਸ਼ੱਕ ਲੈ ਕੇ, ਆਪਣੇ ਆਪਣੇ ਤਿਆਰ ਕੀਤੇ ਕੱਪੜੇ ਲੱਤੇ। ਜੀਤੋ ਦੀਆਂ ਭੂਆ ਵੀ ਲੈ ਆਈਆਂ। ਬਣਦਾ ਸਰਦਾ ਸਾਰਾ ਸਮਾਨ ਜਿਹੜਾ ਉਹ ਆ ਗਿਆ। ਕਿੱਦਾਂ ਬਈ ਉਹ ਜਗ੍ਹਾ ਜਿੱਥੇ ਆਪ ਕੁੜੀ ਜੀਤੋ ਤ੍ਰਿੰਜਣਾ 'ਚ ਬਹਿ ਕੇ ਉਹਨੇ ਕੱਤਿਆ ਸੀ, ਜੀਤੋ ਨੇ ਤੀਆਂ ਦੀਆਂ ਪੀਂਘਾਂ ਝੂਟੀਆਂ ਸੀ, ਜਿੱਥੇ ਮੋਹ ਪਾਇਆ ਸੀ, ਇਹ ਹੁਣ ਸਾਰਾ ਕੁਛ ਛੱਡ ਕੇ ਜਾਣਾ ਪੈਣਾ ਸੀ, ਜਿਹਦੇ ਕਰਕੇ ਜੀਤੋ ਉਦਾਸ ਹੋ ਗਈ। ਦੂਜੇ ਦਿਨ ਸਵੇਰੇ 3 ਵਜੇ ਜੀਤੋ ਨੂੰ ਉਠਾ ਲਿਆ ਗਿਆ। ਉਹਨੂੰ ਫੇਰਿਆਂ ਵਾਲਾ ਸੂਟ ਪਹਿਨਾਇਆ ਗਿਆ, ਲਾਲ ਪਰਾਂਦਾ ਉਹਦੀ ਗੁੱਤ ਵਿੱਚ ਗੁੰਦਿਆ। ਫਿਰ ਕੁਝ ਸਹੁਰਿਆਂ ਵੱਲੋਂ ਆਏ, ਕੁਝ ਨਾਨਕਿਆਂ ਵੱਲੋਂ ਆਏ, ਕਈ ਪ੍ਰਕਾਰ ਦੇ ਗਹਿਣਿਆਂ ਨਾਲ ਸ਼ਿੰਗਾਰ ਕੀਤਾ ਗਿਆ। ਸਹੇਲੀਆਂ ਵੀ ਨਾਲ ਖਾਸ ਇਕੱਠੀਆਂ ਵੱਡੀਆਂ ਹੋਈਆਂ, ਉਹਨਾਂ ਨੂੰ ਵੀ ਚਾਅ ਪੂਰਾ ਸੀਗਾ ਤਿਆਰ ਕਰਨੇ ਦਾ। ਉਦਾਸ ਹੋਈ ਜੀਤੋ ਦਾ ਕੋਈ ਸਾਥ ਨਹੀਂ ਸੀ ਦਿੰਦਾ। ਰੋਂਦੀ ਕੁਰਲਾਂਦੀ ਜੀਤੋ ਨੂੰ ਚੁੱਪ ਕਰਵਾ ਕੇ ਨੰਦਾ 'ਤੇ ਬਿਠਾ ਦਿੱਤਾ ਗਿਆ। ਹੁਣ ਉਸ ਨੂੰ ਪਰਣਾ ਕੇ ਲੈ ਜਾਣ ਵਾਲਾ ਉਸ ਦੇ ਬਰਾਬਰ ਬੈਠਾ ਸੀ। ਇਸ ਵੇਲੇ ਉਹ ਸੋਚ ਰਹੀ ਸੀ ਕਿ ਪਤਾ ਨਹੀਂ ਕੀ ਹੋਣਾ ਅੱਗੇ। ਆਨੰਦ ਕਾਰਜ ਕਰਾਉਣ ਵਾਲਾ ਭਾਈ ਉਹਨੂੰ ਸਿੱਖਿਆ ਦੇ ਰਿਹਾ ਸੀ ਕਿ ਹੁਣ ਜੀਤੋ ਨੇ ਆਪਣੇ ਘਰ ਚੱਲ ਜਾਣਾ, ਉੱਥੇ ਸਹੁਰਿਆਂ 'ਚ ਰਹਿਣਾ, ਕਿਸ ਤਰ੍ਹਾਂ ਦਾ ਰਹਿਣਾ, ਹਦਾਇਤਾਂ ਸਾਰੀਆਂ ਗੱਲਾਂ ਸਮਝਾਈਆਂ। ਫਿਰ ਬਾਅਦ 'ਚ ਇੱਕ ਮੁੰਡੇ ਨੇ ਹਾਰਮੋਨੀਅਮ 'ਤੇ ਗੀਤ ਦੀ ਤਰਜ਼ 'ਚ ਗਾਉਣਾ ਸ਼ੁਰੂ ਕੀਤਾ ਕਿ ਉੱਥੇ ਜਾ ਕੇ ਕਿਵੇਂ ਕਿਵੇਂ ਬਦਲਾਅ ਉਹਨੂੰ ਮਹਿਸੂਸ ਕਰਨੇ ਪੈਣਗੇ। ਸੋ ਜਾਣੀ ਪਛਾਣੀ ਧਰਤੀ ਛੱਡ ਕੇ ਅਣਜਾਣ ਭੋਂ ਵਿੱਚ ਕਿਸੇ ਅਣਜਾਣ ਬੰਦੇ ਨਾਲ ਜਾ ਵਸਣਾ, ਇਸ ਤਰ੍ਹਾਂ ਦਾ ਅਹਿਸਾਸ ਉਹਦੇ ਗੀਤ ਵਿੱਚ। ਪਤਾ ਨਹੀਂ ਉੱਥੇ ਜਾ ਕੇ ਕਿਹਦਾ ਕਿਹੋ ਜਿਹਾ ਸੁਭਾਅ ਹੋਏਗਾ। ਸੰਗਤ 'ਚ ਵੀ ਉਦਾਸੀ ਛਾ ਗਈ ਅਤੇ ਉਦਾਸ ਵੈਰਾਗ ਫੈਲ ਗਿਆ ਉਹਦੇ ਨਾਲ। ਜੀਤੋ ਹੋਰ ਉਦਾਸ ਰੋਈ ਜਾਵੇ। ਜੀਤੋ ਦਾ ਵੀਰ ਇਹ ਸਭ ਕੁਝ ਸੁਣ ਰਿਹਾ ਸੀ, ਉਹਦਾ ਮਨ ਵੀ ਉਦਾਸ ਹੋ ਗਿਆ। ਉਹਦੀ ਸਕੀ ਭੈਣ ਨੇ ਉਸ ਟੱਬਰ 'ਚ ਤੁਰ ਜਾਣਾ ਸੀ ਬਈ ਜਿਸ ਬਾਰੇ ਉਹ ਕੁਝ ਨਹੀਂ ਸੀ ਜਾਣਦੀ।
ਤੇ ਜਿੱਥੇ ਜਾ ਕੇ ਉਸ ਆਪਣੀ ਮਰਜ਼ੀ ਨਹੀਂ ਸੀ ਕਰ ਸਕਣਾ, ਉਹਦਾ ਦਿਲ ਭਾਰਾ ਹੋ ਗਿਆ। ਉਹਨੇ ਗਾਉਣ ਵਾਲੇ ਨੂੰ ਝਿੜਕਵੇਂ ਜਿਹੇ ਲਹਿਜੇ 'ਚ ਬੋਲ ਕੇ ਉਸਦਾ ਗਾਣਾ ਬੰਦ ਕਰਾ ਦਿੱਤਾ। ਉਹ ਕਿਸੇ ਅੱਗੇ ਇਹ ਨਹੀਂ ਸੀ ਜ਼ਾਹਰ ਹੋਣ ਦੇਣਾ ਚਾਹੁੰਦਾ ਕਿ ਉਹਦਾ ਦਿਲ ਵੀ ਕਿਤੇ ਕਮਜ਼ੋਰ ਤੇ ਜਜ਼ਬਾਤੀ ਹੋਇਆ। ਉਹ ਥੋੜ੍ਹਾ ਦ੍ਰਿੜ ਸੀ। ਉਹ ਆਪਣੇ ਨੈਣਾਂ 'ਚ ਆਉਣ ਵਾਲੇ ਹੰਝੂਆਂ ਨੂੰ ਰੋਕ ਕੇ ਬਸ ਬੈਠਾ ਸੀ। ਦ੍ਰਿੜਤਾ ਕਾਇਮ ਰੱਖਣੀ ਚਾਹੁੰਦਾ ਸੀ ਉਹ ਆਪਣੀ। ਸੋ ਇਸ ਕਰਕੇ ਉਹਨੇ ਗੀਤ ਬੰਦ ਕਰਾਇਆ ਸੀ ਤੇ ਅੱਖਾਂ ਪੂੰਝਦੇ ਸਾਰਿਆਂ ਨੇ ਭੋਗ ਦਾ ਪ੍ਰਸ਼ਾਦ ਖਾਧਾ, ਲੰਗਰ ਛਕਿਆ, ਰੋਟੀ ਬਣੀ, ਬਰਾਤੀ ਖਾ ਗਏ, ਦੂਰੋਂ ਨੇੜਿਓਂ ਆਏ ਮੇਲੀ ਵੀ ਖਾ ਬੈਠੇ। ਤੇ ਫਿਰ ਹੌਲੀ ਹੌਲੀ ਕਰਦੇ ਆਂ ਤਿਆਰੀ ਕਿ ਵੀ ਹੁਣ ਤੋਰ ਦਈਏ, ਸਮੇਂ ਸਿਰ ਤੋਰ ਦਈਏ। ਜੀਤੋ ਦੀ ਇੱਕ ਬਹੁਤ ਗੂੜੀ ਸਹੇਲੀ ਜਿਹੜੀ ਗੁਆਂਢੀ ਪਿੰਡ ਤੋਂ ਚੱਲ ਕੇ ਆਈ ਸੀ, ਜਿਹੜੀ 5ਵੀਂ ਜਮਾਤ 'ਚ ਜੀਤੋ ਦੀ ਜਮਾਤਣ ਰਹੀ ਸੀ, ਜੀਤੋ ਦੇ ਵੀਰ ਕੋਲ ਆ ਕੇ ਰੋਣ ਲੱਗ ਪਈ। ਜੀਤੋ ਦੇ ਵੀਰ ਨੇ ਉਸਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਹਨੇ ਦੱਸਿਆ ਕਿ ਵੀ ਜੀਤੋ ਦੇ ਵੀਰ ਨੂੰ ਜੀਤੋ ਨਾਲ ਸਹੁਰੀ ਜਾਣਾ ਚਾਹੀਦਾ। ਜੀਤੋ ਦੇ ਵੀਰ ਨੇ ਜੀਤੋ ਦੇ ਹਾਣ ਦੀ ਇਸ ਕੁੜੀ ਨੂੰ ਉਸੇ ਤਰ੍ਹਾਂ ਹੀ ਝਿੜਕ ਕੇ ਭੇਜ ਦਿੱਤਾ ਜਿੱਦਾਂ ਉਹ ਕਦੇ ਜੀਤੋ ਨੂੰ ਭੇਜਦਾ ਹੁੰਦਾ ਸੀ। ਤੇ ਫਿਰ ਉਦਾਸੀ ਹੋਈ, ਜੀਤੋ ਦੀ ਮਾਂ ਆਈ, ਉਹਦੀ ਆਪਣੀ ਮਾਂ ਮੁੰਡੇ ਨੂੰ ਕਹਿਣ ਲੱਗੀ ਪੁੱਤ ਜਾਇਆ ਉਹਦੇ ਨਾਲ। ਉਹਨੇ ਉਹਦੀ ਗੱਲ ਸੁਣੀ ਨਹੀਂ, ਅਣਸੁਣੀ ਕਰ ਦਿੱਤੀ। ਵਿਆਹ ਦੀ ਰੀਤ ਅਨੁਸਾਰ ਕਿਸੇ ਨਾ ਕਿਸੇ ਭਰਾ ਨੇ ਜੀਤੋ ਦੇ ਨਾਲ ਸਹੁਰੀ ਜ਼ਰੂਰ ਜਾਣਾ ਸੀਗਾ ਤੇ ਜੀਤੋ ਦੇ ਵੀਰ ਨੇ ਆਪਣੇ ਸਭ ਤੋਂ ਛੋਟੇ ਭਰਾ ਦਾ ਨਾਂ ਲੈ ਕੇ ਸਾਰਿਆਂ ਦੀ ਗੱਲ ਨੂੰ ਨਕਾਰਿਆ, ਸਾਰਿਆਂ ਨੂੰ ਪਰੇ ਕਰ ਦਿੱਤਾ ਕਿ ਛੋਟਾ ਚੱਲ ਜਾਊ। ਜਦ ਬੜੇ ਮਾਣ ਨਾਲ ਉਸਦੇ ਤਾਏ ਦੀ ਵੱਡੀ ਧੀ ਮਨਾਉਣ ਆਈ ਤਾਂ ਜੀਤੋ ਦੇ ਵੀਰ ਨੇ ਉਹਨੂੰ ਵੀ ਨਾ ਹੀ ਕਰ ਦਿੱਤੀ ਤੇ ਉਸਦੇ ਮੂੰਹੋਂ ਇੱਕ ਵਾਰੀ ਨਹੀਂ ਹਾਂ ਨਿਕਲੀ। ਤੇ ਜੀਤੋ ਦਾ ਭਰਾ ਸੀ ਵੀ ਇੱਦਾਂ ਹੀ ਕਿ ਇੱਕ ਵਾਰੀ ਜੇ ਕਿਸੇ ਕੰਮ ਨੂੰ ਨਾ ਕਹਿਤੀ ਤਾਂ ਬਸ ਫਿਰ ਨਾ ਹੀ ਆ। ਤਾਏ ਦੀ ਧੀ ਆਪਣਾ ਮੂੰਹ ਲਮਕਾ ਕੇ ਫਿਰ ਪਰੇ ਚਲੀ ਗਈ। ਉੱਤੋਂ ਪਿੱਛੋਂ ਹੋਰ ਕਿਸੇ ਨੇ ਹਿੰਮਤ ਹੀ ਨਹੀਂ ਕੀਤੀ ਕਿ ਜੀਤੋ ਦੇ ਵੀਰ ਨੂੰ ਕੁਝ ਕਿਹਾ ਜਾਵੇ। ਸਾਰੀ ਦੀ ਸਾਰੀ ਜਨ ਫਿਦਾ ਹੋਣ ਲਈ ਤਿਆਰ ਹੋ ਕੇ ਬੱਸ 'ਚ ਬਹਿ ਗਈ ਜਾ ਕੇ। ਜੀਤੋ ਦਾ ਪ੍ਰਾਹੁਣਾ ਵੀ ਆ ਕੇ ਕਾਰ 'ਚ ਬੈਠ ਗਿਆ। ਜੀਤੋ ਸੀ ਕਿ ਰੋਣ ਤੋਂ ਹੀ ਨਹੀਂ ਸੀ ਹਟਦੀ, ਰੋਈ ਜਾਂਦੀ ਸੀ। ਉਹਦੀਆਂ ਸਹੇਲੀਆਂ, ਛੋਟੀਆਂ ਭੈਣਾਂ ਉੱਚੀ ਉੱਚੀ ਰੋਣ ਲੱਗ ਗਈਆਂ। ਜੀਤੋ ਵੀ ਪਰਲ ਪਲ ਰੋਈ ਜਾਵੇ ਤੇ ਘਰੋਂ ਕਾਰ ਵੱਲ ਪੈਰ ਪੁੱਟਣ ਦਾ ਨਾਂ ਹੀ ਨਹੀਂ ਸੀ ਲੈਂਦੀ। ਉਹ ਕਿਸੇ ਦੀ ਸਲਾਮੀ ਸਾਰ ਕੇ ਵੀ ਆਪਣੇ ਪੱਲੇ ਨਹੀਂ ਸੀ ਪੁਆਰੀ। ਨਾਲ ਦੀ ਔਰਤ ਜਿਹੜੀ ਉਹੀ ਸੰਭਾਲ ਰਹੀ ਸੀਗੀ। ਜੀਤੋ ਦਾ ਵੀਰ ਸੀ ਕਿ ਹਾਲੇ ਤੱਕ ਉਹਦੇ ਕੋਲ ਸਲਾਮੀ ਪਾਉਣ ਨਹੀਂ ਸੀ ਆਇਆ। ਉਹਦਾ ਵਿਚਾਰ ਸੀ ਕਿ ਸਭ ਤੋਂ ਪਿੱਛੋਂ ਜਦ ਜੀਤੋ ਕਾਰ ਵਿੱਚ ਬੈਠ ਕੇ ਜਾਣ ਲੱਗੇਗੀ ਉਸ ਵੇਲੇ ਉਹਨੂੰ ਦੇਗਾ ਪਿਆਰ। ਜੀਤੋ ਦੇ ਤਾਇਆਂ, ਚਾਚਿਆਂ ਤੇ ਪਿਓ ਨੇ ਵੀ ਵੀਰ ਨੂੰ ਬੜਾ ਸਮਝਾਇਆ ਕਿ ਉਸਨੂੰ ਨਾਲ ਜਾਣ 'ਚ ਕੋਈ ਹਰਜ਼ ਨਹੀਂ, ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਨਿਆਣੀ ਕੁੜੀ ਜ਼ਿੱਦ ਕਰਦੀ ਹੈ ਤਾਂ ਵਿਆਹ ਵਾਲੇ ਦਿਨ ਉਹਦੀ ਇਹ ਜ਼ਿੱਦ ਪ੍ਰਵਾਨ ਕਰ ਲੈ ਕਿ ਮੇਰਾ ਵੀਰ ਮੇਰੇ ਨਾਲ ਜਾਵੇ। ਪਰ ਜੀਤੋ ਦੇ ਵੀਰ ਨੇ ਨਾ ਹਾਂ ਕੀਤੀ ਉਹਨਾਂ ਨੂੰ ਤੇ ਨਾ ਪੱਥਰ ਦਾ ਪੱਥਰ ਉਸੇ ਤਰ੍ਹਾਂ ਹੀ ਖਲੋਤਾ ਹੀ ਰਿਹਾ। ਹੁਣ ਦੇਖ ਲਓ ਇਹ ਕੀ ਹਾਲ ਹੋਇਆ ਪਿਆ। ਤੇ ਜੀਤੋ ਰੋਣਾ ਹੀ ਨਹੀਂ ਸੀ ਹਟਦੀ। ਉਹਦਾ ਵੀਰ ਮੰਨਣ ਨੂੰ ਨਹੀਂ ਸੀ ਤਿਆਰ ਕਿ ਮੈਂ ਉਹਦੇ ਨਾਲ ਨਹੀਂ ਜਾਣਾ, ਗੱਡੀ ਨਾਲ ਨਹੀਂ ਜਾਣਾ। ਸਾਰਿਆਂ ਨੇ ਮਨਾ ਕੇ ਵੇਖ ਲਿਆ। ਉਹ ਰੋਂਦੀ ਵੀ ਰਹੀ ਕਿ ਸ਼ਾਇਦ ਵੀਰ ਦਾ ਦਿਲ ਪਿਘਲ ਜਾਵੇ, ਪਰ ਜੀ ਮੈਂ ਨਹੀਂ ਜਾਣਾ। ਸੋਚ ਲਿਆ ਤਾਂ ਸੋਚ ਲਿਆ। ਜਨ ਤੁਰਨ 'ਚ ਦੇਰ ਹੋ ਰਹੀ ਸੀਗੀ। ਜੀਤੋ ਕਾਰ ਵੱਲ ਪੈਰ ਹੀ ਨਹੀਂ ਸੀ ਪੁੱਟਦੀ। ਟਾਈਮ ਵੀ ਅਜਿਹਾ ਸੀ ਕਿੱਥੇ ਉਹਦੇ ਕੋਲੋਂ ਛੱਡ ਹੋ ਰਿਹਾ ਸੀ ਆਪਣਾ ਉਹ ਘਰ, ਆਪਣੇ ਜਿਨ੍ਹਾਂ 'ਚ ਉਹ ਵੱਡੀ ਹੋਈ ਸੀ। ਹਾਂ, ਫਿਰ ਫਟਾਫਟ ਰੋਂਦੀ ਕੁਰਲਾਉਂਦੀ ਨੂੰ ਜੀਤੋ ਨੂੰ ਆਪਣੇ ਕਲਾਵੇ 'ਚ ਚੁੱਕ ਕੇ ਕਾਰ 'ਚ ਬਿਠਾ ਦਿੱਤਾ। ਜੀਤੋ ਦੇ ਵੱਡੇ ਤਾਏ ਤੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ ਜੀਤੋ ਨੂੰ ਦਿਲਾਸਾ ਵੀ ਦਿੱਤਾ। ਆਪਣੇ ਵੀਰ ਦੇ ਲੱਕ ਦੁਆਲੇ ਉਹ ਲਿਪਟ ਗਈ, ਆਪਣੀਆਂ ਬਾਹਾਂ ਦੀ ਕੱਸ ਢਿੱਲੀ ਕੀਤੀ ਤੇ ਜੀਤੋ ਦਾ ਵੀਰ ਆਪਣੀ ਨਿੱਕੀ ਜਿਹੀ ਭੈਣ ਨੂੰ ਵੀ ਸਲਾਮੀ ਪਾਉਣ ਲਈ ਆਇਆ। ਬਟੂਆ ਫਰੋਲਣ ਲੱਗ ਗਿਆ। ਜੀਤੋ ਤੇ ਉਹਦੀਆਂ ਸਹੇਲੀਆਂ ਦੇ ਰੋ ਕੇ ਲਾਲ ਮੂੰਹ ਹੋਏ ਪਏ ਸੀਗੇ। ਮਨ ਸਾਰਿਆਂ ਦਾ ਹੀ ਬਹੁਤ ਭਾਰੀ ਸੀ ਕਿ ਕੁੜੀ ਚੱਲੀ ਆ। ਜੀਤੋ ਦੇ ਵੀਰ ਨੂੰ ਆਪਣਾ ਚੇਤਾ ਆ ਗਿਆ ਕਿ ਕਿਸ ਤਰ੍ਹਾਂ ਵਿਆਹ ਲਈ ਤਿਆਰ ਹੁੰਦਾ ਉਹ ਵਿਆਹ ਤੋਂ ਡਰ ਜਾਂਦਾ ਹੁੰਦਾ ਸੀ। ਹਾਲੇ ਤੱਕ ਵਿਆਹ ਇਸੇ ਕਰਕੇ ਹੀ ਨਹੀਂ ਸੀ ਕਰਾਇਆ ਕਿ ਉਹ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਸੀ ਜਿਹਨੂੰ ਉਹ ਨੇੜਿਓਂ ਨਹੀਂ ਸੀ ਜਾਣਦਾ। ਕਿਸੇ ਅਣਜਾਣ ਬੰਦੇ ਨੂੰ ਅਪਣਾ ਸਕਣਾ ਕਿੰਨਾ ਔਖਾ ਹੁੰਦਾ।
ਹਾਲਾਂਕਿ ਉਹਦੀ ਵਹੁਟੀ ਨੇ ਤਾਂ ਉਹਦੇ ਘਰ ਆ ਕੇ ਹੀ ਰਹਿਣਾ ਸੀਗਾ, ਪਰ ਹੁਣ ਤਾਂ ਵਾਰੀ ਉਹਦੀ ਛੋਟੀ ਭੈਣ ਦੀ ਹੈ, ਉਹਨੇ ਚਲੇ ਜਾਣਾ ਇੱਥੋਂ। ਮਨ 'ਚ ਆਇਆ ਖਿਆਲ ਕਿ ਕਿਸੇ ਅਣਜਾਣ ਮੁੰਡੇ ਕੋਲ ਜਾ ਰਹੀ ਸੀ, ਉਹਦਾ ਕਹਿਣਾ ਮੰਨਣ ਲਈ ਤਿਆਰ ਹੋ ਕੇ ਉਹਦੇ ਲਈ ਹਮੇਸ਼ਾ ਹੀ ਦਾਸੀ ਬਣ ਜਾਣਾ, ਕੰਮ ਉੱਧਰ ਜਾ ਕੇ ਕਰਨੇ ਹੈ, ਉਹਨਾਂ ਦੀ ਹੋ ਕੇ ਰਹਿ ਜਾਣਾ। ਜੀਤੋ ਦੇ ਵੀਰ ਨੂੰ ਭਾਈ ਤੇ ਗਵਈਏ ਦੇ ਵੈਰਾਗ 'ਚ ਪੜ੍ਹੇ ਸਲੋਕ ਤੇ ਗੀਤ ਚੇਤੇ ਆ ਗਏ, ਤੇ ਫਿਰ ਉਸ ਨੂੰ ਇਹ ਗੱਲ ਵੀ ਚੇਤੇ ਆਈ ਕਿ ਕਿਸ ਤਰ੍ਹਾਂ ਉਸਨੇ ਆਪਣੀ ਭੈਣ ਨੂੰ ਕਦੀ ਕਿਸੇ ਗੱਲੋਂ ਤੰਗ ਨਹੀਂ ਸੀ ਰੱਖਿਆ, ਕਦੇ ਰੋਕ ਟੋਕ ਨਹੀਂ ਸੀ ਕੀਤੀ। ਹੁਣ ਤਾਂ ਜੀਤੋ ਦੂਰ ਜਾ ਰਹੀ ਹੈ, ਸ਼ਾਇਦ ਇਹਨੂੰ ਛੇਤੀ ਮਿਲਣਾ ਵੀ ਨਾ ਹੋਵੇ, ਪਤਾ ਨਹੀਂ ਕਦੋਂ ਚਿੱਠੀ ਪੱਤਰ ਹੋਣਗੇ। ਜੀਤੋ ਦੀ ਕੋਈ ਸਹੇਲੀ ਵੀ ਨਹੀਂ ਸੀਗੀ ਉੱਥੇ ਜਿੱਥੇ ਉਹਨੇ ਚਲੇ ਜਾਣਾ ਸੀ, ਉੱਥੇ ਜਾ ਕੇ ਤਾਂ ਆਪਣੀ ਮਨਮਰਜ਼ੀ ਵੀ ਨਹੀਂ ਸੀ ਕਰ ਸਕਣਾ ਉਹਨੇ। ਵੀਰ ਦੇ ਮਨ 'ਚ ਇਹ ਖਿਆਲ ਆਏ। ਛਿਣ ਭਰ 'ਚ ਇਹ ਸਾਰੇ ਦੇ ਸਾਰੇ ਵਿਚਾਰ ਉਸਦੇ ਦਿਲ 'ਚ ਆਏ ਤੇ ਉਹ ਉਦਾਸ ਹੋਰ ਜ਼ਿਆਦਾ ਹੋ ਗਿਆ। ਆਪਣੇ ਆਪ ਨੂੰ ਬੜਾ ਦ੍ਰਿੜ ਰੱਖ ਰਿਹਾ ਸੀ। ਉਦਾਸ ਜਿਹੇ ਮਨ ਨਾਲ ਉਸਨੇ ਆਪਣੇ ਬਟੂਏ 'ਚੋਂ ਸਾਰੇ ਦੇ ਸਾਰੇ ਪੈਸੇ ਬਿਨਾਂ ਕਿਸੇ ਗਿਣਤੀ ਤੋਂ ਕੱਢ ਕੇ ਜੀਤੋ ਦੇ ਹੱਥ ਤੇ ਧਰਤੇ। ਜੀਤੋ ਨੂੰ ਪਤਾ ਨਹੀਂ ਕੀ ਹੋਇਆ, ਚੰਗੀ ਭਲੀ ਚੁੱਪ ਹੋਈ ਸੀਗੀ ਮਾੜੀ ਜੀ, ਇੱਕਦਮ ਫਿੱਸ ਪਈ, ਫੇਰ ਰੋਣ ਲੱਗ ਗਈ। ਆਪਣੀ ਹਥੇਲੀ ਤੇ ਖਿਲਰੇ ਰੁਪਏ ਪਰਾਂ ਸੁੱਟੇ, ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗ ਗਈ। ਜੀਤੋ ਦੇ ਵੀਰ ਨੂੰ ਗੱਚ ਆ ਗਿਆ। ਡਰਾਈਵਰ ਨੂੰ ਉਸਨੇ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਤੇ ਭਾਰੇ ਜਿਹੇ ਮਨ ਨਾਲ ਆਪਣੇ ਛੋਟੇ ਭਰਾ ਨੂੰ ਜੀਤੋ ਕੋਲੋਂ ਉਠਾ ਕੇ ਆਪਣੇ ਬਾਪੂ ਨੂੰ ਫੜਾ ਦਿੱਤਾ ਤੇ ਆਪ ਜੀਤੋ ਦੇ ਨਾਲ ਵਾਲੀ ਸੀਟ ਤੇ ਬਹਿ ਗਿਆ। ਇਹ ਕੱਪੜੇ ਤਾਂ ਬਦਲ ਲੈ, ਸਬਜ਼ੀ ਨਾਲ ਖਰਾਬ ਹੋਏ ਪਏ ਐ, ਪਿਓ ਨੇ ਕਿਹਾ ਉਹਨੂੰ। ਕੁਛ ਨਹੀਂ ਸੁਣਿਆ ਜੀਤੋ ਦੇ ਵੀਰ ਨੂੰ, ਆਪਣੀ ਭੈਣ ਨੂੰ ਹੀ ਬਸ ਫਿਰ ਚੁੱਪ ਕਰ ਹੁਣ, ਨਹੀਂ ਤਾਂ ਮਾਰੂੰਗਾ ਮੈਂ। ਆਪਣੇ ਬਾਪ ਦੇ ਬੋਲ ਕੋਈ ਨਹੀਂ ਸੀ ਸੁਣਦੇ ਪਏ ਜੀਤੋ ਦੇ ਵੀਰ ਨੂੰ ਕਿ ਉਹਦੇ ਕੱਪੜਿਆਂ ਦਾ ਕੀ ਹਾਲ ਹੈ, ਕਿੱਦਾਂ ਦੇ ਵੀ ਹੈ। ਹੁਣ ਜੀਤੋ ਨਾਲ ਤੁਰ ਜਾਣਾ, ਗੱਡੀ ਸਟਾਰਟ ਕੀਤੀ, ਚੱਲ ਹੁਣ ਤੋਰ ਲੈ, ਤੇ ਉਹਦੇ ਨਾਲ ਤੁਰ ਗਿਆ। ਸੁਖੀ ਵਸਦਾ ਜਹਾਨ ਰਵੇ ਤੇਰਾ, ਨੀਤੀਏ ਕਰ ਜਾ ਆਪਣੇ। ਸੋ ਇਹ ਸੀ ਕਹਾਣੀ ਘਰ ਜਾ ਆਪਣੇ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਏਗੀ, ਕੋਸ਼ਿਸ਼ ਕਾਮਯਾਬ ਹੋਈ ਹੋਏਗੀ। ਅੱਜ ਦੇ ਪ੍ਰੋਗਰਾਮ ਰੋਸ਼ਨੀ ਜਿੰਨਾ ਹੀ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ।